ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਲਵਲੀ ਕੌਸ਼ਲ। ਇਸ ਵਕਤ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਜੁੜੇ ਨੇ ਜੋ ਸ਼੍ਰੀ ਪ੍ਰਕਾਸ਼ ਚੰਦ ਗਰਗ ਜੀ, ਜੋ ਇਸ ਵਕਤ ਪਾਰਟੀ ਦੇ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਨੇ। ਉਹਨਾਂ ਨਾਲ ਖਾਸ ਗੱਲਬਾਤ ਕਰਦੇ ਹਾਂ। ਨਮਸਕਾਰ ਜੀ, ਤੁਹਾਡਾ ਸਵਾਗਤ ਹੈ ਦੈਨਿਕ ਸਵੇਰਾ ਟੀਵੀ ਤੇ। ਧੰਨਵਾਦ ਜੀ ਸਰ, ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨੂੰ ਲਗਭਗ 3 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ। ਉਹਨਾਂ ਦੀ ਜਿਹੜੀ ਕਾਰਜਕਾਰੀ ਆ, ਜੋ ਉਹਨਾਂ ਦੀ ਪਰਫਾਰਮੈਂਸ ਆ, ਉਹਦੇ ਬਾਰੇ ਕੀ ਕਹੋਗੇ ਤੁਸੀਂ? ਦੇਖੋ, ਜਿਹੜੀ ਕੈਪਟਨ ਸਰਕਾਰ ਹੈ ਇਹ ਝੂਠ ਬੋਲ ਕੇ ਸੌਹਾਂ ਖਾ ਕੇ ਸੱਤਾ ਦੇ ਵਿੱਚ ਆਈ ਹੈ। ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ। ਦੇਖੋ, ਇਹ ਬੱਚੇ ਨੂੰ ਪਤਾ ਹੈ ਕਿ 55,000 ਪਰਿਵਾਰ 55 ਲੱਖ ਪਰਿਵਾਰ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਹੈ ਅਤੇ 55 ਲੱਖ ਪਰਿਵਾਰਾਂ ਨੂੰ ਨੌਕਰੀ ਕਿੱਦਾਂ ਦਿੱਤੀ ਜਾ ਸਕਦੀ ਹੈ। ਪਰ ਐਡਾ ਵੱਡਾ ਝੂਠ ਬੋਲਿਆ, ਗੁਟਕਾ ਸਾਹਿਬ ਦੀ ਸਹੁੰ ਖਾ ਲਈ ਕਿ ਮੈਂ 4 ਹਫ਼ਤੇ 'ਚ ਨਸ਼ਾ ਜਿਹੜਾ ਹੈ ਪੰਜਾਬ ਦੇ ਵਿੱਚੋਂ ਖਤਮ ਕਰੂੰਗਾ। ਹਾਲਤ ਅੱਜ ਪੰਜਾਬ ਦੇ ਕੀ ਨੇ ਕਿ ਘਰ ਘਰ ਨਸ਼ਾ ਵਿਕ ਰਿਹਾ ਹੈ ਅਤੇ ਹੋਮ ਡਿਲੀਵਰੀ ਹੈ। ਖੁਦ ਇਹਨਾਂ ਦੇ MLA ਅਤੇ ਸੱਤਾ ਦੇ ਵਿੱਚ ਬੈਠੇ ਇਹਨਾਂ ਦੇ ਮਿਨਿਸਟਰ ਜਿਹੜੇ ਨੇ ਉਹ ਜਿਹੜੀਆਂ ਨਕਲੀ ਫੈਕਟਰੀਆਂ ਨੇ ਸ਼ਰਾਬ ਦੀਆਂ, ਉਹ ਇਹਨਾਂ ਦੀਆਂ ਫੜੀਆਂ ਗਈਆਂ। ਔਰ ਹਰ ਡਰੱਗ ਦੀ ਸਪਲਾਈ ਦੇ ਵਿੱਚ ਸੱਤਾਧਾਰੀ ਧਿਰ ਦੇ ਜਿਹੜੇ ਆਗੂ ਨੇ ਇਨਵੋਲਵ ਨੇ। ਲੋਕ ਬੜੇ ਦੁਖੀ ਨੇ ਕਿ ਨਸ਼ਾ ਖਤਮ ਕਰਨ ਦੀਆਂ ਸਹੁੰਆਂ ਖਾਣ ਤੋਂ ਬਾਅਦ ਅੱਜ ਪੰਜਾਬ ਕਿੱਧਰ ਜਾ ਰਿਹਾ ਹੈ। ਆ ਪਿੱਛੇ ਜੇ ਅੰਮ੍ਰਿਤਸਰ ਦੇ ਨੇੜੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 125 ਤੋਂ ਜ਼ਿਆਦਾ ਪਰਿਵਾਰਾਂ ਦੇ ਚਿਰਾਗ ਬੁਝ ਗਏ। ਔਰ ਫਿਰ ਦੂਸਰਾ ਜਿਹੜਾ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ, ਅੱਜ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚੋਂ 1 ਲੱਖ ਦੇ ਕਰੀਬ ਅਸਾਮੀ ਖਤਮ ਕਰਤੀਆਂ। ਉਹਦੀ ਐਡਵਰਟਾਈਜ਼ ਦਾ ਕੀ ਕਰਨੀ ਹੈ। ਔਰ ਨੌਕਰੀ ਦੇਣ ਦੀਆਂ ਜਿਹੜੀਆਂ ਗੱਲਾਂ ਕਰਦੇ ਸੀਗੇ, ਅੱਜ ਮੁਲਾਜ਼ਮ ਜਿਹੜਾ ਹੈ ਉਹ ਇਸ ਗੱਲ ਤੋਂ ਹੀ ਸੜਕਾਂ 'ਤੇ ਰੁਲ ਰਿਹਾ ਹੈ ਕਿ ਮੇਰੀ ਜਿਹੜੀ ਨੌਕਰੀ ਹੈ ਸਿਕਿਉਰ ਕਰ ਦਿਓ। ਰੈਗੂਲਰ ਕਰਨ ਦੀਆਂ ਗੱਲਾਂ ਕਰਦੇ ਸੀ, ਉਹ ਤੋਂ ਮੁੱਕਰ ਗਏ। ਕੋਈ ਨਵਾਂ ਮੌਕਾ ਨਾ ਦਿੱਤਾ ਕਿਸੇ ਨੂੰ ਨੌਕਰੀ ਦਾ। ਅਤੇ ਨੌਜਵਾਨਾਂ ਦੇ ਨਾਲ ਵਾਅਦਾ ਇਹ ਵੀ ਕੀਤਾ ਸੀ ਕਿ ਤੁਹਾਨੂੰ ਅਸੀਂ ਬੇਰੁਜ਼ਗਾਰੀ ਭੱਤਾ ਦੇਵਾਂਗੇ, 2500 ਰੁਪਏ ਮਹੀਨਾ। ਤੁਸੀਂ ਦੱਸੋ, ਸਾਰੇ ਪੰਜਾਬ ਦੇ ਵਿੱਚ ਕਿਸੇ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ? ਬਲਕਿ ਉਲਟਾ ਕਹੀ ਜਾਂਦੇ ਨੇ ਕਿ ਜੀ ਅਸੀਂ ਜਿਹੜੇ ਹੈ ਮੇਲੇ ਲਾ ਰਹੇ ਹਾਂ ਸਰਵਿਸ ਦੇਣ ਲਈ। ਕੀ ਢਾਬਿਆਂ 'ਤੇ ਜਾਂ ਜਿਹੜੇ ਦੁਕਾਨਾਂ ਦੇ ਉੱਤੇ ਮੁਲਾਜ਼ਮ ਨੇ ਉਹਨੂੰ ਨੌਕਰੀ ਸਮਝਦੇ ਨੇ? ਇਸ ਤੋਂ ਵੱਡਾ ਮਜ਼ਾਕ ਯੂਥ ਨਾਲ ਕੀ ਹੋ ਸਕਦਾ? ਕਿਸਾਨਾਂ ਨਾਲ ਵਾਅਦਾ ਕਰ ਲਿਆ ਕਿ ਅਸੀਂ ਤੁਹਾਡਾ ਕਰਜ਼ਾ ਜਿਹੜਾ ਹੈ ਉਹ ਮਾਫ਼ ਕਰਾਂਗੇ। ਔਰ ਤੁਸੀਂ ਕਿਤੇ ਉਹਨਾਂ ਦੀ ਵੀਡੀਓ ਕੈਪਟਨ ਸਾਹਿਬ ਦੀ ਦੇਖੀ ਹੋਣੀ ਹੈ। ਉਹ ਇੱਕ ਤੇ ਹੱਥ ਮਾਰ ਕੇ ਕਹਿੰਦੇ ਨੇ ਕਿ ਤੁਹਾਡਾ ਭਾਵੇਂ ਨੈਸ਼ਨਲ ਬੈਂਕਾਂ ਦਾ ਕਰਜ਼ਾ ਹੈ, ਸਪੈਸੀਫਿਕ ਕਹਿ ਰਹੇ ਨੇ, ਇਹ ਨਹੀਂ ਕਿ ਕੋਈ ਗੱਲ ਉਹਲੇ 'ਚ ਹੈ। ਫਿਰ ਕਹਿ ਰਹੇ ਨੇ ਕਿ ਭਾਵੇਂ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ ਹੈ। ਫਿਰ ਅਗਲੀ ਗੱਲ ਕਹਿ ਰਹੇ ਨੇ ਕਿ ਭਾਵੇਂ ਤੁਹਾਡਾ ਆੜ੍ਹਤੀਆਂ ਦਾ ਕਰਜ਼ਾ ਹੈ, ਹੁਣ ਤੁਹਾਨੂੰ ਦੇਣ ਦੀ ਲੋੜ ਨਹੀਂ। ਇੱਕ ਪੈਸਾ ਜਿਹੜਾ ਹੈ ਉਹ ਸਰਕਾਰ ਪੇ ਕਰੇਗੀ, ਮੈਂ ਪੇ ਕਰੂੰਗਾ। ਫਾਰਮ ਭਰਾ ਲਈ, ਫਾਰਮ ਭਰਾ ਕੇ ਕਿਸਾਨਾਂ ਨਾਲ ਧੋਖਾ ਕੀਤਾ। 90,000 ਕਰੋੜ ਰੁਪਏ ਦਾ ਕਰਜ਼ਾ ਅੱਜ ਫਾਰਮਰ 'ਤੇ ਹੈ। ਸਰ, ਜੋ ਸਰਕਾਰ ਕਹਿ ਰਹੀ ਹੈ ਕਰਜ਼ਾ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਔਰ ਫਿਰ ਉਹ ਕਹਿ ਕੀ ਰਹੇ ਨੇ? ਫਿਰ ਵਿਧਾਨ ਸਭਾ 'ਚ ਕਹਿਤਾ ਕਿ 2 ਲੱਖ ਰੁਪਈਆ ਅਸੀਂ ਫਾਰਮਰ ਨੂੰ ਦੇਵਾਂਗੇ। ਉਹ 2 ਲੱਖ ਰੁਪਈਆ ਦੇਣਗੇ ਤਾਂ 11 ਲੱਖ ਹੈ ਪੰਜਾਬ ਦੇ ਵਿੱਚ ਦਾ ਪਰਿਵਾਰ ਜਿਹੜਾ ਹੈਗਾ, ਅਤੇ ਉਹਨਾਂ ਨੂੰ ਫਿਰ 22 ਲੱਖ ਰੁਪਈਆ ਦੇਣਗੇ। ਫਿਰ ਉਹ ਅੱਗੇ ਜੀ 5 ਏਕੜ ਵਾਲੇ ਨੂੰ ਕਰਾਂਗੇ, 2.5 ਏਕੜ ਵਾਲੇ ਨੂੰ ਕਰਾਂਗੇ, ਫਿਰ ਕੋਆਪਰੇਟਿਵ ਬੈਂਕਾਂ ਦਾ ਕਰਾਂਗੇ। ਇੰਨੀਆਂ ਰਿਸਟ੍ਰਿਕਸ਼ਨਾਂ ਲਾ ਕੇ ਹੁਣ ਜਿਹੜੀ ਆਪ ਹੀ ਦਾਅਵਾ ਕਰ ਰਹੀ ਹੈ ਸਰਕਾਰ ਕਿ ਅਸੀਂ 3700 ਕਰੋੜ ਰੁਪਇਆ ਕਰਜ਼ਾ ਮਾਫ਼ ਕੀਤਾ। ਇੱਦੋਂ ਵੱਡੀ ਹਾਸੋਹੀਣੀ ਨਹੀਂ ਗੱਲ ਕੀ ਹੋਣੀ ਹੈ ਕਿ 90,000 ਕਰੋੜ ਰੁਪਏ ਕਰਜ਼ਾ ਹੀ ਹੈ, ਉਹਦੇ ਉੱਪਰ ਕਿੰਨਾ ਇੰਟਰਸਟ ਪੈ ਗਿਆ, ਕਿੰਨੀਆਂ ਉਹਦੇ 'ਤੇ ਪਲੰਟੀਆਂ ਪੈ ਗਈਆਂ। ਗਰਗ ਸਾਹਿਬ, ਕੈਪਟਨ ਸਾਹਿਬ ਵੱਲੋਂ ਵਾਰੀ ਕਿਹਾ ਜਾਂਦਾ ਕਿ ਅਸੀਂ 3700 ਕਰੋੜ ਰੁਪਏ ਦਾ ਜਿਹੜਾ ਕਿਸਾਨਾਂ ਦਾ ਕਰਜ਼ਾ ਉਹ ਮਾਫ਼ ਕੀਤਾ। ਵੱਡੇ ਇਕੱਠ ਕੀਤੇ ਜਾਂਦੇ ਨੇ, ਇਕੱਠਾਂ ਦੇ ਵਿੱਚ ਕਿਸਾਨਾਂ ਨੂੰ ਚੈੱਕ ਦਿੱਤੇ ਜਾਂਦੇ ਨੇ। ਕਿਸਾਨਾਂ ਵੱਲੋਂ ਵੀ ਕਿਹਾ ਜਾ ਰਿਹਾ ਵੀ ਹਾਂ ਸਾਨੂੰ ਸਾਡੇ ਕਰਜ਼ੇ ਮਾਫ਼ ਹੋਏ ਨੇ। ਉਹਦੇ ਬਾਰੇ ਕੀ ਕਹੋਗੇ ਤੁਸੀਂ? ਦੇਖੋ, ਕੈਪਟਨ ਸਰਕਾਰ ਸਭ ਤੋਂ ਝੂਠੀ ਸਰਕਾਰ ਹੈ ਜਿਹਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਕਿਸਾਨ ਬਹੁਤ ਕਰਜ਼ਈ ਸੀਗਾ। 90,000 ਕਰੋੜ ਦਾ ਕਰਜ਼ਾ ਕਿਸਾਨ ਦੇ ਸਿਰ ਸੀ, ਜਿਹਨੂੰ ਹਿੱਕ 'ਤੇ ਹੱਥ ਮਾਰ ਕੇ ਕੈਪਟਨ ਸਾਹਿਬ ਨੇ ਮਾਫ਼ ਕਰਨ ਦਾ ਵਾਅਦਾ ਕੀਤਾ ਸੀ। ਈਵਨ ਉਹਨਾਂ ਨੇ ਕਿਹਾ ਸੀ ਕਿ ਪ੍ਰਾਈਵੇਟ ਕਰਜ਼ਾ ਵੀ ਮਾਫ਼ ਕਰਾਂਗੇ, ਆੜ੍ਹਤੀਆਂ ਦਾ ਵੀ ਅਸੀਂ ਦੇਵਾਂਗੇ, ਕੋਆਪਰੇਟਿਵ ਬੈਂਕਾਂ ਦਾ ਦੇਵਾਂਗੇ, ਨੈਸ਼ਨਲਾਈਜ਼ ਬੈਂਕਾਂ ਦਾ ਦੇਵਾਂਗੇ।
ਪਰ ਤੁਸੀਂ ਦੇਖੋ ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਕਿਸਾਨ ਦੇ ਨਾਲ, ਕਿ ਜਦੋਂ ਸਰਕਾਰ ਬਣ ਗਈ ਪਹਿਲਾਂ ਕਹਿਣ ਲੱਗੇ ਵਿਧਾਨ ਸਭਾ 'ਚ ਕਿ 2 ਲੱਖ ਰੁਪਈਆ ਹਰ ਕਿਸਾਨ ਨੂੰ ਮਾਫ ਕਰਾਂਗੇ, ਫਿਰ ਉਹ 'ਤੇ ਰਿਸਟ੍ਰਿਕਸ਼ਨ ਲਾਤੀ ਕਿ 5 ਏਕੜ ਵਾਲੇ ਨੂੰ ਕਰਾਂਗੇ, ਫਿਰ ਕਹਿੰਦੇ ਜੀ ਪਹਿਲੀ ਖੇਪ ਦੇ ਵਿੱਚ 2.5 ਏਕੜ ਵਾਲੇ ਨੂੰ ਕਰਾਂਗੇ, ਫਿਰ ਕਹਿੰਦੇ ਕੇਵਲ ਕੋਆਪਰੇਟਿਵ ਸੁਸਾਇਟੀਆਂ ਦਾ ਕਰਾਂਗੇ। ਅਤੇ ਕੁੱਲ ਮਿਲਾ ਕੇ ਐਸਾ ਮਜ਼ਾਕ ਕਿਸਾਨਾਂ ਨਾਲ ਕੀਤਾ ਕਿ ਹੁਣ ਉਹ ਦਾਅਵਾ ਕਰਦੇ ਨੇ ਕਿ 3700 ਕਰੋੜ ਮਾਫ ਕਰ ਲਿਆ। ਮੰਨ ਲਓ ਕਿ 3700 ਕਰੋੜ ਉਹਨਾਂ ਨੇ ਕਰਜ਼ਾ ਮਾਫ ਕੀਤਾ ਅਤੇ 90,000 ਕਰੋੜ ਦਾ ਵਿਆਜ ਕਿੰਨਾ ਬਣਦਾ, ਪਲੈਂਟੀਆਂ ਕਿੰਨੀਆਂ ਬਣਦੀਆਂ ਨੇ, ਅਤੇ ਉਹ ਤਾਂ ਸਾਰੇ ਜਿਹੜੇ ਕਿਸਾਨ ਨੇ ਉਹ ਡਿਫਾਲਟਰ ਹੋ ਗਏ, ਉਹਨਾਂ ਦਾ ਨੁਕਸਾਨ ਬੜਾ ਜ਼ਬਰਦਸਤ ਹੋ ਗਿਆ। ਇਸ ਕਰਕੇ ਜਿਹੜਾ ਸ਼ਗੂਫਾ ਉਹਨਾਂ ਨੇ 3700 ਕਰੋੜ ਮਾਫ ਕਰਨ ਦਾ ਕੀਤਾ ਹੈ, ਉਹ ਤਾਂ ਬਲਕਿ ਕਿਸਾਨਾਂ ਦੇ ਜ਼ਖਮਾਂ 'ਤੇ ਨੂਨ ਛਿੜਕਣ ਦੇ ਬਰਾਬਰ ਹੈ। ਔਰ ਦੂਜਾ ਇਹ ਸੀਗਾ ਕਿ ਉਹਨੇ ਵਾਅਦਾ ਕਰਿਆ ਕਿ ਮੈਂ ਘਰ ਘਰ ਨੌਕਰੀ ਦੇਵਾਂਗਾ। 55 ਲੱਖ ਪਰਿਵਾਰ ਹੈ, 55 ਲੱਖ ਪਰਿਵਾਰਾਂ ਦੇ ਇੱਕ ਬੱਚੇ ਨੂੰ ਨੌਕਰੀ ਦੇਣ ਦੀ ਗੱਲ ਕਰਦਾ ਸੀ, ਅਤੇ ਹੁਣ ਉਹ ਮੇਲੇ ਲਾਈ ਜਾਂਦੇ ਨੇ ਕਿ ਅਸੀਂ ਕਰਿਆਨੇ ਦੀ ਦੁਕਾਨ 'ਤੇ ਜਾਂ ਢਾਬੇ ਵਾਲੀ ਦੁਕਾਨ 'ਤੇ ਵੀ ਅਸੀਂ ਮੁਲਾਜ਼ਮ ਰੱਖ ਦਾਂਗੇ। ਅੱਜ ਮੁਲਾਜ਼ਮ ਦੀ ਹਾਲਤ ਦੇਖੋ ਸੜਕਾਂ 'ਤੇ ਕੀ ਹੈ, ਸੜਕਾਂ 'ਤੇ ਰੁਲਦੇ ਫਿਰਦੇ ਨੇ। ਜਿੰਨਾ ਤਸ਼ੱਦਦ, ਜਿੰਨੇ ਝੂਠੇ ਪਰਚੇ, ਜਿੰਨਾ ਉਹਨਾਂ ਦੇ ਨਾਲ ਹੋ ਰਿਹਾ, ਜਲਾਲਤ ਹੋ ਰਹੀ ਹੈ, ਅਤੇ ਮੇਰਾ ਖਿਆਲ ਹੈ ਕਦੇ ਡੈਮੋਕ੍ਰੇਸੀ 'ਚ ਨਹੀਂ ਦੇਖਿਆ, ਕਿਉਂਕਿ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ। 1 ਲੱਖ ਦੇ ਕਰੀਬ ਤਾਂ ਅਸਾਮੀਆਂ ਖਤਮ ਕਰਤੀਆਂ ਡਿਪਾਰਟਮੈਂਟਾਂ ਦੇ ਵਿੱਚ, ਅਤੇ ਸਰਵਿਸ ਨੌਕਰੀਆਂ ਤਾਂ ਉਹਨਾਂ ਨੂੰ ਕੀ ਦੇਣੀਆਂ ਸੀ। ਅਤੇ ਡਰੱਗ ਦੀਆਂ ਗੱਲਾਂ ਕਰਨ ਵਾਲੇ ਕੈਪਟਨ ਸਾਹਿਬ ਕਿੱਥੇ ਚਲੇ ਗਏ? ਅੱਜ ਉਹਨਾਂ ਦੇ MLA ਦੀਆਂ ਫੈਕਟਰੀਆਂ ਬਣੀਆਂ ਗਈਆਂ ਸ਼ਰਾਬ ਦੀਆਂ, ਘਰ ਘਰ ਜਿਹੜੀ ਹੈ ਡਰੱਗ ਸਪਲਾਈ ਹੋ ਰਹੀ ਹੈ, ਹੋਮ ਡਿਲੀਵਰੀ ਹੋ ਰਹੀ ਹੈ। ਹਜ਼ਾਰਾਂ ਪਰਿਵਾਰਾਂ ਦੇ ਬੱਚੇ ਜਿਹੜੇ ਨੇ ਉਹਨਾਂ ਦੇ 70 ਵਿਛ ਗਏ। ਪਿੱਛੇ ਜ਼ਹਿਰੀਲੀ ਸ਼ਰਾਬ ਦੇ ਨਾਲ 125 ਪਰਿਵਾਰਾਂ ਦੇ ਚਿਰਾਗ ਹੀ ਬੁਝ ਗਏ, ਅਤੇ ਕੋਈ ਜਵਾਬ ਦੇ ਹੈ ਕੈਪਟਨ ਸਾਹਿਬ? ਅਤੇ ਗੱਲਾਂ ਕਰਦੇ ਸੀ ਕਿ 51,000 ਸ਼ਗਨ ਦੇਣ ਦੀਆਂ ਅਤੇ ਬੇਰੁਜ਼ਗਾਰੀ ਭੱਤਾ ਦੇਣ ਦੀਆਂ 2500 ਰੁਪਈਆ, ਜਾਂ ਪੰਜਾਬ ਦੇ ਵਿੱਚ ਪਤਾ ਨਹੀਂ ਸੀ ਕੀ ਕਾਇਆਕਲਪ ਕਰਨੀ ਹੈ। ਅਤੇ ਅੱਜ ਸੈਂਡ ਮਾਫੀਆ ਦੀ ਗੱਲ ਸਾਡੇ ਅਕਾਲੀ ਦਲ 'ਤੇ ਦੋਸ਼ ਲਾਉਂਦੇ ਸੀਗੇ, ਅਤੇ ਉਹੀ ਸੈਂਡ ਹੈ ਜਿਹੜਾ 15-16 ਰੁਪਏ ਸਕੁਅਰ ਫੁੱਟ ਦੀ ਅੱਜ 45 ਰੁਪਏ ਸਕੁਅਰ ਫੁੱਟ ਹੈ। ਇਸ ਕਰਕੇ ਜਿਹੜੀ ਕੈਪਟਨ ਦੀ ਸਰਕਾਰ ਹੈ ਉਹ ਮੁਕੰਮਲ ਤੌਰ 'ਤੇ ਫੇਲ ਹੈ, ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ। ਗਰਗ ਸਾਹਿਬ, ਆਪਾਂ ਕਿਸਾਨੀ ਦੀ ਗੱਲ ਕਰਦੇ ਹਾਂ। ਜਿਹੜੇ ਕਿਸਾਨ ਨੇ ਉਹਨਾਂ ਨੂੰ ਪੰਜਾਬ ਦੀਆਂ ਸੜਕਾਂ ਦੇ ਉੱਪਰ, ਟੋਲ ਪਲਾਜ਼ਿਆਂ ਦੇ ਉੱਪਰ ਲੰਮੇ ਸਮੇਂ ਤੋਂ ਬੈਠੇ ਨੇ। ਕੇਂਦਰ ਸਰਕਾਰ ਨੇ ਜੋ ਕਿਸਾਨਾਂ ਦੇ ਅਗੇਂਸਟ 3 ਬਿੱਲ ਪਾਸ ਕੀਤੇ ਸੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਕੇਂਦਰ ਸਰਕਾਰ ਨੇ ਪਹਿਲਾਂ ਆਰਡੀਨੈਂਸ ਲਿਆਂਦੇ। ਇਹ ਜਿਹੜੇ 3 ਆਰਡੀਨੈਂਸ ਤੇ ਉਸ ਸਮੇਂ ਇਹਨਾਂ ਨੇ ਹਾਈ ਪਾਵਰ ਕਮੇਟੀ ਜਿਹੜੀ ਸੀ 7 ਸੂਬਿਆਂ ਦੇ ਮੁੱਖ ਮੰਤਰੀ ਉਹਨਾਂ ਦੇ ਨਾਲ ਡਿਸਕਸ ਕੀਤਾ ਸੀ। ਉਹਨਾਂ ਦਾ ਖਰੜਾ ਡਿਸਕਸ ਕਰਨ ਤੋਂ ਬਾਅਦ ਉਹਨਾਂ ਨੇ ਇਹ ਆਰਡੀਨੈਂਸ ਲਿਆਂਦੇ। ਲੇਕਿਨ ਜਦੋਂ ਇਹ ਆਰਡੀਨੈਂਸ ਲਿਆਂਦੇ ਉਦੋਂ ਤਾਂ ਕੈਪਟਨ ਸਾਹਿਬ ਨੇ ਸਹਿਮਤੀ ਦੇ ਦਿੱਤੀ, ਲੇਕਿਨ ਜਦੋਂ ਬਿੱਲ ਪੇਸ਼ ਹੋਣ ਲੱਗੇ ਉਦੋਂ ਕੇਂਦਰ ਸਰਕਾਰ ਨਾਲ ਅਸੀਂ ਉਹਦੇ ਭਾਈਵਾਲ ਸੀਗੇ। ਅਸੀਂ ਉਹਨਾਂ ਨੂੰ ਕਿਹਾ ਕਿ ਇਹਦੇ ਵਿੱਚ ਜਿਹੜੀ ਵੀ ਕਿਤੇ ਕੋਈ ਅਮੈਂਡਮੈਂਟ ਕਰਨ ਵਾਲੀ ਹੈ ਜਾਂ ਕਿਸਾਨਾਂ ਦਾ ਜਿਹੜਾ ਖਦਸ਼ਾ ਇਹਨੂੰ ਦੂਰ ਕਰੋ, ਅਤੇ ਉਹਨਾਂ ਨੇ ਸਾਨੂੰ ਇੱਕੋ ਭਰੋਸਾ ਦਿੱਤਾ ਕਿ ਤੁਸੀਂ ਅਜੇ ਫਿਲਹਾਲ ਅਸੀਂ ਆਰਡੀਨੈਂਸ ਲਿਆਂਦੇ ਨੇ ਅਤੇ ਕਿਸਾਨਾਂ ਨਾਲ ਗੱਲ ਕਰ ਲਓ, ਜੇ ਕੋਈ ਉਹਨਾਂ ਨੂੰ ਖਦਸ਼ਾ ਹੈਗਾ ਅਸੀਂ ਉਹਦੇ 'ਚ ਉਹੀ ਜੀ ਅਮੈਂਡਮੈਂਟ ਕਰ ਲਾਂਗੇ। ਤਾਂ ਉਹਦੇ 'ਚ ਗੱਲ ਖੁੱਲ੍ਹ ਕੇ ਸਾਹਮਣੇ ਆਈ ਕਿ ਪੰਜਾਬ ਦੇ ਵਿੱਚ ਅਤੇ ਹਰਿਆਣੇ ਦੇ ਵਿੱਚ ਜਿਹੜਾ ਮੰਡੀਕਰਨ ਸਿਸਟਮ ਉਹ ਸਭ ਤੋਂ ਬੈਟਰ ਹੈ ਦੇਸ਼ ਦੇ ਵਿੱਚ, ਕਿਉਂਕਿ ਇੱਥੇ MSP 'ਤੇ ਜਿਹੜੀ ਹੋਰ ਫਸਲਾਂ ਤਾਂ ਨਹੀਂ ਵਿਕਦੀਆਂ, ਪਰ ਕਣਕ ਅਤੇ ਝੋਨਾ ਜਿਹੜਾ ਹੈ ਉਹ ਪੰਜਾਬ ਅਤੇ ਹਰਿਆਣੇ ਦੇ ਵਿੱਚ MSP 'ਤੇ ਵਿਕਦਾ ਹੈ। ਤਾਂ ਅਸੀਂ ਉਹਨਾਂ ਨੂੰ ਗੱਲ ਕਰੀ ਕੇਂਦਰ ਨੂੰ ਕਿ ਇਹ ਖਦਸ਼ਾ ਹੋ ਗਿਆ ਕਿ MSP ਕਿਤੇ ਟੁੱਟ ਨਾ ਜਾਵੇ। ਸਰ, ਜਦੋਂ ਇਹ ਬਿੱਲ ਆਏ ਤਾਂ ਲਗਾਤਾਰ ਅਕਾਲੀ ਦਲ ਵੱਲੋਂ ਵੀ ਇਹ ਬਿੱਲਾਂ ਦੀ ਹਮਾਇਤ ਕੀਤੀ ਗਈ। BJP ਨੇ ਬਿੱਲ ਪਾਸ ਕੀਤੇ ਸੀ, ਆਰਡੀਨੈਂਸ ਲੈ ਕੇ ਆਏ ਸੀ। ਜਿਹੜੇ ਸੁਖਬੀਰ ਬਾਦਲ ਜੀ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਸੀ ਕਿ ਬਿੱਲ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ। ਵੱਡੇ ਬਾਦਲ ਸਾਹਿਬ ਵੀ ਲਗਾਤਾਰ ਕਹਿ ਰਹੇ ਸੀ, ਬੀਬਾ ਬਾਦਲ ਵੀ ਲਗਾਤਾਰ ਕਹਿ ਰਹੇ ਸੀ। ਉਹਨਾਂ ਬਾਰੇ ਕੀ ਕਹੋਗੇ ਕਿ ਹਾਂ ਇਹ ਬਿੱਲ ਕਿਸਾਨਾਂ ਦੇ ਫਾਇਦੇ ਲਈ ਨੇ? ਦੇਖੋ, ਮੈਂ ਉਹੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀਗਾ ਕਿ ਜਦੋਂ ਉਹ ਆਰਡੀਨੈਂਸ ਆਏ, ਡਿਸਕਸ ਹੋਇਆ, ਉਹਨਾਂ ਨੇ ਕਿਹਾ ਕਿ ਅਸੀਂ MSP ਇਨਸ਼ੋਰ ਕਰ ਰਹੇ ਹਾਂ। ਉਸ ਤੋਂ ਬਾਅਦ ਸਾਡੇ ਕਹਿਣ ਤੋਂ ਬਾਅਦ ਐਗਰੀਕਲਚਰ ਮਿਨਿਸਟਰ ਚੰਡੀਗੜ੍ਹ ਆ ਗਏ। ਚੰਡੀਗੜ੍ਹ ਆ ਕੇ ਉਹਨਾਂ ਨੇ ਕਿਸਾਨਾਂ ਨੂੰ ਇਨਸ਼ੋਰ ਕੀਤਾ ਕਿ ਜਿਹੜਾ MSP ਉਹ ਕੰਟੀਨਿਊ ਰਹੇਗਾ, ਔਰ ਇਸੇ ਤਰ੍ਹਾਂ ਜਿਹੜੀ ਹੈ ਪਰਚੇਜ਼ ਉਹ ਪ੍ਰੋਕਿਉਰਮੈਂਟ ਵੀ ਉਸੇ ਤਰ੍ਹਾਂ ਰੱਖਾਂਗੇ, ਸਾਰਾ ਸਿਸਟਮ ਤੁਹਾਡਾ ਉਸੇ ਤਰ੍ਹਾਂ ਰੱਖਾਂਗੇ। ਜਦੋਂ ਕਿਸਾਨ ਆਗੂਆਂ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਹੈ ਬਰਬਲੀ ਹੈ, ਮੂੰਹ ਜ਼ਬਾਨੀ ਹੈ, ਇਹਦੇ ਨਾਲ ਅਸੀਂ ਭਰੋਸਾ ਨਹੀਂ ਕਰ ਸਕਦੇ। ਅਤੇ ਫਿਰ ਸ਼੍ਰੋਮਣੀ ਅਕਾਲੀ ਦਲ ਕਿਸਾਨ ਹਿਤੈਸ਼ੀ ਹੈ, ਕਿਸਾਨਾਂ ਦੀ ਅਸਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ। ਜੇ ਪੰਜਾਬ ਦੇ ਵਿੱਚ ਪਰਚੇਜ਼ ਸੈਂਟਰ ਬਣੇ ਨੇ, ਫੋਕਲ ਪੁਆਇੰਟ ਬਣੇ ਨੇ, ਅਕਾਲੀ ਦਲ ਦੀ ਦੇਣ ਹੈ। ਜੇ ਪੰਜਾਬ 'ਚ ਟਿਊਬਵੈੱਲਾਂ ਦੇ ਬਿੱਲ ਮਾਫ ਕੀਤੇ ਨੇ, ਅਕਾਲੀ ਦਲ ਦੀ ਦੇਣ ਹੈ। ਜੇ ਪੰਜਾਬ ਦੇ ਅੰਦਰ ਸੁਸਾਇਟੀਆਂ ਪਿੰਡਾਂ ਦੇ ਵਿੱਚ ਸਟੈਬਲਿਸ਼ ਕੀਤੀਆਂ ਨੇ, ਉਹ ਵੀ ਅਕਾਲੀ ਦਲ ਦੀ ਦੇਣੀ ਹੈ। ਅਤੇ ਸਹਿਕਾਰਤਾ ਲਹਿਰ ਨੂੰ ਅਕਾਲੀ ਦਲ ਨੇ ਹੀ ਪ੍ਰਮੋਟ ਕੀਤਾ। ਔਰ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਅਗਰ ਖਾਲ ਪੱਕੇ ਕਰੇ ਨੇ, ਅਸੀਂ ਕੱਸੀਆਂ ਪੱਕੀਆਂ ਕਰੀਆਂ ਨੇ, ਅਕਾਲੀ ਦਲ ਤੋਂ ਬਿਨਾਂ ਕਦੇ ਸ਼੍ਰੋਮਣੀ ਅਕਾਲੀ ਦਲ ਨੇ ਹੀ ਹਮੇਸ਼ਾ ਕਿਸਾਨਾਂ ਦਾ ਹਿੱਤ ਪੂਰਿਆ। ਅਸੀਂ ਸਰਕਾਰ 'ਚ ਬਹਿ ਕੇ ਵੀ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ,
ਔਰ ਉਹਨਾਂ ਨੂੰ ਕਿਹਾ ਕਿ ਉਹਨਾਂ ਦਾ ਖਦਸ਼ਾ ਦੂਰ ਕਰ ਦਿਓ। ਉਹਨਾਂ ਨੇ ਕਿਹਾ ਜੀ ਵਰਬਲੀ ਨਹੀਂ ਅਸੀਂ ਮੰਨਦੇ। ਉਸ ਤੋਂ ਬਾਅਦ ਜਦੋਂ ਅਸੀਂ ਪ੍ਰਾਈਮ ਮਿਨਿਸਟਰ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਅਸੀਂ ਆਪਣਾ ਮਿਨਿਸਟਰਾਂ ਦਾ ਇੱਕ ਗਰੁੱਪ ਬਣਾ ਕੇ ਉਹਨਾਂ ਨੇ ਸਾਨੂੰ ਰਿਟਨ ਜਿਹੜਾ ਹੈ ਭੇਜਤਾ। ਨਰਿੰਦਰ ਤੋਮਰ ਜੀ ਨੇ ਸਾਨੂੰ ਚਿੱਠੀ ਲਿਖੀ ਕਿ ਇਸ ਤਰ੍ਹਾਂ ਕਰਕੇ ਜਿਹੜੀ MSP ਤੁਹਾਡੀ ਕੰਟੀਨਿਊ ਰਹੇਗੀ। ਲੇਕਿਨ ਕਿਸਾਨਾਂ ਨੂੰ ਫਿਰ ਖਦਸ਼ਾ ਸੀਗਾ ਕਿ ਇਹਨੂੰ ਬਿੱਲ ਜਿਹੜਾ ਹੈ ਇਹਨੂੰ ਬਿੱਲ 'ਚ ਲੈ ਕੇ ਆਓ, ਐਕਟ ਦੇ ਵਿੱਚ ਲਿਆਉਣਾ ਚਾਹੀਦਾ। ਤੇ ਅਸੀਂ ਤਾਂ ਕਿਸਾਨਾਂ ਦੇ ਹਿਤੈਸ਼ੀ ਹਾਂ, ਕਿਸਾਨ ਅੰਦਰ ਬੈਠ ਕੇ ਵੀ ਲੜ ਰਹੇ ਸੀਗੇ, ਇਸੇ ਕਰਕੇ ਕਿਸਾਨਾਂ ਨੂੰ ਸਮਝਾ ਰਹੇ ਸੀ ਕਿ ਜਿੱਥੇ ਤੁਹਾਡਾ ਨੁਕਸਾਨ ਹੈ ਸਾਨੂੰ ਦੱਸੋ। ਜਦੋਂ ਅਲਟੀਮੇਟਲੀ ਕਿਸਾਨਾਂ ਨੂੰ ਇਸ ਗੱਲ ਦੀ ਤਸੱਲੀ ਨਹੀਂ ਹੋਈ ਤਾਂ ਅਕਾਲੀ ਦਲ ਤਾਂ ਕਿਸਾਨਾਂ ਨਾਲ ਹੀ ਹੈ। ਅਸੀਂ ਉਹਨਾਂ ਨੂੰ ਆਖਿਰ ਇਹ ਗੱਲ ਕਹੀ ਕਿ ਜਾਂ ਤਾਂ ਬਿੱਲ ਲੇਟ ਕਰੋ ਜਾਂ ਇਹਨੂੰ ਬਿੱਲ ਦੇ ਵਿੱਚ ਇਨਸ਼ੋਰ ਕਰੋ, ਅਮੈਂਡਮੈਂਟ ਕਰ ਲਓ ਐਕਟ ਦੇ ਵਿੱਚ। ਲੇਕਿਨ ਬੜਾ ਦੁੱਖ ਦੀ ਗੱਲ ਹੈ ਕਿ ਸਾਡਾ ਪੁਰਾਣਾ ਅਲਾਇੰਸ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਡੀ ਇਸ ਗੱਲ ਦੀ ਪਰਵਾਹ ਹੀ ਨਹੀਂ ਕੀਤੀ ਔਰ ਸਾਨੂੰ ਜਿਹੜਾ ਹੈ ਬਾਈਪਾਸ ਕਰਕੇ ਉਹਨਾਂ ਨੇ ਬਿੱਲ ਪਾਰਲੀਮੈਂਟ 'ਚ ਲਿਆਂਦੇ। ਅਤੇ ਅਕਾਲੀ ਦਲ ਸੱਤਾ ਦੇ ਲਈ ਜਾਂ ਆਪਣੇ ਉਸ ਦੇ ਉਹ ਸਾਡੀਆਂ ਗੱਲਾਂ ਬੜੀਆਂ ਪਿੱਛੇ ਨੇ। ਅਸੀਂ ਇਮੀਡੀਏਟ ਬੀਬਾ ਹਰਸਿਮਰਤ ਕੌਰ ਨੇ ਅਸਤੀਫਾ ਵੀ ਦਿੱਤਾ ਅਤੇ ਪਾਰਲੀਮੈਂਟ ਦੇ ਵਿੱਚ ਅਪੋਜ਼ ਕੀਤਾ, ਠੋਕ ਵਜਾ ਕੇ ਅਸੀਂ ਇਹਨਾਂ ਬਿੱਲਾਂ ਦੇ ਖਿਲਾਫ ਵੋਟ ਪਾਈ, ਜਦੋਂ ਕਿ ਕਾਂਗਰਸ ਔਰ ਆਮ ਆਦਮੀ ਦੇ ਜਿਹੜੇ MP ਤੇ ਉਹ ਤਾਂ ਉਸ ਟਾਈਮ ਵਾਕਆਊਟ ਵੀ ਕਰ ਗਏ। ਸਰ, ਅਕਾਲੀ ਦਲ 'ਤੇ ਇਲਜ਼ਾਮ ਲੱਗੇ ਸੀ ਕਿ ਜਦੋਂ ਬੀਬਾ ਬਾਦਲ ਜੀ ਨੇ ਅਸਤੀਫਾ ਦਿੱਤਾ ਉਹ ਤੋਂ ਪਹਿਲਾਂ ਵੱਡੇ ਬਾਦਲ ਜੀ ਵੀ ਇਹਨਾਂ ਦੀ ਹਮਾਇਤ ਕਰ ਰਹੇ ਸੀ ਕਿ ਬਿੱਲ ਫਾਇਦੇ ਦੇ ਵਿੱਚ ਨੇ। ਉਹਨਾਂ ਨੇ ਵੀ ਇੱਕ ਵੀਡੀਓ ਪਾਈ ਸੀ ਅਤੇ ਸਾਰੇ ਹਮਾਇਤ ਕਰ ਰਹੇ ਸੀ। ਇੱਕਦਮ ਪਾਰਟੀ ਕਿਉਂ ਬਦਲੀ? ਇੱਕਦਮ ਅਸਤੀਫੇ ਤੋਂ ਬਾਅਦ ਇਹ ਕਿਉਂ ਆਪਾਂ ਕਿਸਾਨਾਂ ਦੇ ਹੱਕ ਦੇ ਵਿੱਚ ਆਏ, ਪਹਿਲਾਂ ਕਿਉਂ ਨਹੀਂ ਆਏ? ਦੇਖੋ, ਅਸੀਂ ਇੱਕਦਮ ਵਾਲੀ ਗੱਲ ਨਹੀਂ ਹੈ। ਜਦੋਂ ਇਹ ਆਰਡੀਨੈਂਸ ਆ ਗਏ ਜਿਹੜੇ ਕਿ ਜਿਹਦੇ ਉੱਤੇ ਇਸਨੇ ਆਪ ਕੈਪਟਨ ਅਮਰਿੰਦਰ ਸਿੰਘ ਨੇ ਕੰਸੈਂਟ ਦਿੱਤੀ ਸੀ, ਅਸੀਂ ਜਦੋਂ ਬਿੱਲਾਂ ਨੂੰ ਘੋਖਿਆ ਹੈਗਾ, ਉਹਦੀ ਆਰਡੀਨੈਂਸਾਂ ਨੂੰ ਘੋਖਿਆ, ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ ਅਤੇ ਉਹ ਗੱਲ ਅਸੀਂ ਸਰਕਾਰ 'ਚ ਬਹਿ ਕੇ ਵੀ ਕਰਦੇ ਰਹੇ। ਕੋਈ ਅਕਾਲੀ ਦਲ ਚੁੱਪ ਕਰਕੇ ਨਹੀਂ ਬੈਠਿਆ, ਕੋਈ ਅਕਾਲੀ ਦਲ ਲੇਟ ਨਹੀਂ ਹੋਇਆ। ਲੇਕਿਨ ਤੁਸੀਂ ਵੀ ਸਮਝਦੇ ਹੋ ਕਿ ਜਿੰਨਾ ਪੁਰਾਣਾ ਅਲਾਇੰਸ ਹੁੰਦਾ ਹੈ ਅਤੇ ਹਰ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਅਲਾਇੰਸ ਦੇ ਵਿੱਚ ਰਹਿ ਕੇ, ਉਸ ਜ਼ਾਬਤੇ ਦੇ ਵਿੱਚ ਰਹਿ ਕੇ ਗੱਲ ਆਪਣੀ ਮਨਾਈ ਜਾਵੇ। ਜਦੋਂ ਉਹਨਾਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਤਾ ਕਿ ਅਸੀਂ ਉਹ ਐਕਟ 'ਚ ਨਹੀਂ ਅਮੈਂਡਮੈਂਟ ਕਰਦੇ ਅਤੇ ਅਸੀਂ ਇੱਕ ਇਮੀਡੀਏਟ ਉਹ ਕਰਤਾ। ਇਸ ਕਰਕੇ ਬਿੱਲ ਜਿੱਥੋਂ ਤੱਕ ਹੈਗਾ ਸੀ, ਅਸੀਂ MSP ਨੂੰ ਇਨਸ਼ੋਰ ਕਰਾਉਣ ਲਈ ਲੜਦੇ ਰਹੇ ਹਾਂ ਅਤੇ ਅਸੀਂ ਗੱਲ ਕਹਿੰਦੇ ਰਹੇ ਹਾਂ ਕਿ ਬਿੱਲਾਂ ਦੇ ਵਿੱਚ ਹੋਰ ਕਿਤੇ ਕੋਈ ਨੁਕਸਾਨ ਨਹੀਂ ਹੈ, ਸਿਰਫ ਕੇਵਲ ਅਤੇ ਕੇਵਲ MSP ਹੈ ਜਿਹਦਾ ਸਾਨੂੰ ਖਦਸ਼ਾ ਹੈ। ਇਸ ਕਰਕੇ ਕਿਸਾਨ ਜਥੇਬੰਦੀਆਂ ਦੇ ਨਾਲ ਸਾਡਾ ਰਾਬਤਾ ਉਸ ਟਾਈਮ ਵੀ ਬਣਿਆ ਰਿਹਾ ਹੈ। ਅਸੀਂ ਕੋਈ ਲੇਟ ਨਹੀਂ ਹੋਈ। ਲੇਕਿਨ ਤੁਸੀਂ ਵੀ ਸਮਝਦੇ ਹੋ ਕਿ ਅਲਾਇੰਸ ਤੋੜਨ ਵਾਸਤੇ ਜਾਂ ਕੈਬਨਿਟ 'ਚੋਂ ਬਾਹਰ ਆਉਣ ਵਾਸਤੇ ਆਪਣੇ ਉਸ ਪੁਰਾਣੇ ਸਾਥੀ ਨੂੰ ਛੱਡਣਾ। ਤੁਸੀਂ ਇੱਕ ਮੈਨੂੰ ਉਦਾਹਰਨ ਦਿਓ ਕਿ ਪਿੰਡ ਦੇ ਵਿੱਚ ਆਪਾਂ ਨੰਬਰਦਾਰ ਆ, ਇੱਕ ਨੰਬਰਦਾਰੀ ਛੱਡਣੀ ਕਿੰਨੀ ਮੁਸ਼ਕਿਲ ਹੈ, ਇੱਕ ਸਰਪੰਚੀ ਛੱਡਣੀ ਕਿੰਨੀ ਮੁਸ਼ਕਿਲ ਹੈ। ਇੱਕ ਅਲਾਇੰਸ ਪੁਰਾਣਾ ਤੁਹਾਡਾ ਅਤੇ ਜੇ ਕਿਸਾਨ ਨੂੰ ਕੋਈ ਆੜ੍ਹਤੀਆ ਬਦਲਣਾ ਪਏ, ਜੇ ਆੜ੍ਹਤੀਆ ਬਦਲਣ 'ਚ ਵੀ 6 ਮਹੀਨੇ ਲੱਗ ਜਾਂਦੇ ਨੇ। ਇਸ ਕਰਕੇ ਉਹ ਸਾਰੀਆਂ ਗੱਲਾਂ ਬੜੀਆਂ ਪੰਜਾਬ ਦੇ ਹਿੱਤ ਨੂੰ ਵੇਖ ਕੇ ਸਾਰਾ ਕੁਛ ਪੰਜਾਬ ਦੇ ਫਿਊਚਰ ਦੀ ਗੱਲ ਵੀ ਕਰਨੀ ਹੈ, ਕਿਉਂਕਿ ਜੇ ਅਸੀਂ ਅਲਾਇੰਸ ਦੇ ਵਿੱਚ ਸੀ ਤਾਂ ਅਸੀਂ ਪੰਜਾਬ ਦੇ ਲਈ ਡਿਵੈਲਪਮੈਂਟ ਬਹੁਤ ਜ਼ਿਆਦਾ ਕਰਾਈ ਹੈ। ਜੇ ਅੱਜ ਪੰਜਾਬ ਸਾਰਾ 4 ਲੇਨ ਨਾਲ ਜੁੜਿਆ ਹੈ ਜਾਂ ਇਹ ਇੰਨੇ ਬ੍ਰਿਜ ਬਣੇ ਨੇ, ਇੰਨੇ ਯੂਨੀਵਰਸਿਟੀਆਂ ਬਣੀਆਂ ਨੇ, ਇੰਨੇ 에ਅਰਪੋਰਟ ਬਣੇ ਨੇ, ਉਹ ਵੀ ਇਸੇ ਕਰਕੇ ਬਣ ਸਕੇ ਨੇ ਕਿਉਂਕਿ ਅਸੀਂ ਉੱਥੇ ਅਲਾਇੰਸ ਦੇ ਵਿੱਚ ਭਾਈਵਾਲ ਸੀਗੇ। ਅਕਾਲੀ ਦਲ ਵੀ ਬਿੱਲਾਂ ਦੇ ਖਿਲਾਫ ਆ, ਕਿਸਾਨ ਵੀ ਬਿੱਲਾਂ ਦੇ ਖਿਲਾਫ ਲਗਾਤਾਰ ਸੰਘਰਸ਼ ਦੇ ਵਿੱਚ ਨੇ। ਤੁਸੀਂ ਇੱਕ ਮੰਚ ਦੇ ਉੱਪਰ ਕਿਉਂ ਨਹੀਂ ਇਕੱਠੇ ਹੋ ਰਹੇ ਬਿੱਲਾਂ ਦੇ ਖਿਲਾਫ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਨਾਲ ਆਪਣੀ ਸਾਂਝ ਪਾ ਕੇ, ਕਿਉਂਕਿ ਕਾਂਗਰਸ ਦੀ ਅੰਦਰੂਨੀ ਲੜਾਈ ਹੈ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬਹੁਤ ਕਮਜ਼ੋਰ ਹੋ ਗਿਆ। ਤੁਸੀਂ ਦੇਖੋ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਦੁੱਲੋ ਅਤੇ ਨਵਜੋਤ ਸਿੱਧੂ ਦਾ ਕੀ ਰੋਲ ਹੈ। ਇਸ ਕਰਕੇ ਉਹ ਕਿਸੇ ਕੀਮਤ 'ਤੇ ਕੈਪਟਨ ਸਾਹਿਬ BJP ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਤੁਸੀਂ ਹੈਰਾਨਗੀ ਦੀ ਗੱਲ ਹੋਊਗੀ ਕਿ ਕਿਸਾਨਾਂ ਨੇ ਮੰਗ ਕੀਤੀ ਕਿ ਵਿਧਾਨ ਸਭਾ ਦਾ ਸੈਸ਼ਨ ਸੱਦੋ ਅਤੇ ਇਹਨਾਂ ਬਿੱਲਾਂ ਨੂੰ ਰੱਦ ਕਰੋ। ਅਤੇ ਖਟਕੜ ਕਲਾਂ ਦੇ ਵਿੱਚ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਨਾ ਮੈਂ ਸੈਸ਼ਨ ਸੱਦਣਾ ਹੈ ਅਤੇ ਨਾ ਮੈਂ ਬਿੱਲਾਂ ਦੇ ਖਿਲਾਫ ਕੋਈ ਫੈਸਲਾ ਲੈ ਸਕਦਾ। ਉਸ ਤੋਂ ਬਾਅਦ ਜਦੋਂ ਅਕਾਲੀ ਦਲ ਨੇ ਅਤੇ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਕਿ ਜੀ ਤੁਸੀਂ ਸੈਸ਼ਨ ਸੱਦਣੀ ਪੈਣਾ ਅਤੇ ਤਾਂ ਫਿਰ ਜਾ ਕੇ ਕੈਪਟਨ ਸਾਹਿਬ ਨੇ ਸੈਸ਼ਨ ਸੱਦ ਲਿਆ। ਸੈਸ਼ਨ ਜਿਹੜੇ 4 ਬਿੱਲ ਉਹਨਾਂ ਨੇ ਪੇਸ਼ ਕੀਤੇ ਨੇ ਇਹਦੇ ਖਿਲਾਫ, ਇਹਨਾਂ ਦੇ ਅਗੇਂਸਟ, ਉਹਨਾਂ ਬਾਰੇ ਕੀ ਕਹੋਗੇ? ਤੁਸੀਂ ਦੇਖੋ, ਜਿਹੜੇ ਕਿਸਾਨ ਤਾਂ ਮੰਗ ਕਰ ਰਹੇ ਨੇ ਕਿ ਜਿਹੜੇ ਕਾਨੂੰਨ ਨੇ ਉਹ ਰੱਦ ਕਰੋ, ਕੇਂਦਰੀ ਬਿੱਲ ਰੱਦ ਕਰੋ। ਅਸੀਂ ਤਾਂ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਾਂ ਅਤੇ ਕੈਪਟਨ ਸਾਹਿਬ ਕੀ ਕਰ ਰਹੇ ਨੇ? ਇਹੀ ਜੀ ਉਹਦੇ ਨਾਲ ਘਿਓ ਖਿਚੜੀ ਹੋ ਗਏ ਕਿ ਜਿਹੜੇ ਬਿੱਲ ਕੇਂਦਰ ਸਰਕਾਰ ਨੇ ਪਾਸ ਕੀਤੇ ਸੀਗੇ ਉਹਨਾਂ ਦੇ ਵਿੱਚ ਬਲਕਿ ਉਲਟਾ ਅਮੈਂਡਮੈਂਟ ਕਰਤੀ। ਅਮੈਂਡਮੈਂਟ ਕਰਨ ਦਾ ਮਤਲਬ ਹੈ ਕਿ ਤੁਸੀਂ ਬਿੱਲ ਪ੍ਰਵਾਨ ਕਰ ਲਈ ਅਤੇ ਨਾਲ ਵਿਧਾਨ ਸਭਾ 'ਚ ਕਹਿ ਰਹੇ ਨੇ ਕਿ ਨਾ ਗਵਰਨਰ ਨੇ ਸਾਈਨ ਕਰਨੇ ਨੇ ਅਤੇ ਨਾ ਰਾਸ਼ਟਰਪਤੀ ਨੇ ਮਨਜ਼ੂਰੀ ਦੇਣੀ ਹੈ। ਅਤੇ ਇਸ ਤੋਂ ਵੱਡਾ ਕਿਸਾਨਾਂ ਨੂੰ ਕੀ ਗੁੰਮਰਾਹ ਕਰਨਾ ਹੈ? ਹੁਣ ਜਾ ਕੇ ਰਾਸ਼ਟਰਪਤੀ ਤੋਂ ਟਾਈਮ ਲੈ ਲਿਆ। ਕੀ ਰਾਸ਼ਟਰਪਤੀ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਸਕਦਾ ਹੈ? ਅਤੇ ਪ੍ਰਧਾਨ ਮੰਤਰੀ ਤੋਂ ਟਾਈਮ ਲੈਣ ਕੈਪਟਨ ਅਮਰਿੰਦਰ ਸਿੰਘ। ਪ੍ਰਧਾਨ ਮੰਤਰੀ ਨਾਲ ਹੁਣ ਨੂੰ 4 ਮਹੀਨੇ ਦਾ ਸੰਘਰਸ਼ ਚੱਲ ਰਿਹਾ ਹੈ ਅਤੇ ਪੰਜਾਬ ਦੇ ਭਵਿੱਖ ਦਾ ਸਵਾਲ ਹੈ, ਪੰਜਾਬ ਦੀ ਆਰਥਿਕਤਾ ਦਾ ਸਵਾਲ ਹੈ। ਜੇ ਪੰਜਾਬ ਦੀ ਕਿਸਾਨੀ ਬਰਬਾਦ ਹੋ ਗਈ, ਪੰਜਾਬ ਤਾਂ ਸਾਰੀ ਬਰਬਾਦ ਹੋ ਜਾਊਗਾ। ਅੱਜ ਪੰਜਾਬ ਦੇ ਵਿੱਚ ਬੱਚਾ ਸੜਕਾਂ 'ਤੇ ਹੈ,
ਕਿਸਾਨਾਂ ਦੇ ਪਰਿਵਾਰ, ਉਹਨਾਂ ਦੇ ਬੱਚੇ, ਆੜ੍ਹਤੀਏ, ਦੁਕਾਨਦਾਰ, ਲੇਬਰ ਸਾਰੀ ਸੜਕਾਂ ਤੇ ਬੈਠੀ ਹੈ। ਉਹਦਾ ਟਰੈਕ ਰੋਕੀ ਬੈਠੇ ਨੇ, ਉਹ ਟੋਲ ਪਲਾਜ਼ੇ ਰੋਕੀ ਬੈਠੇ ਨੇ, ਰਿਲਾਇੰਸ ਪੰਪ ਰੋਕੀ ਬੈਠੇ ਨੇ, ਅਤੇ ਕੈਪਟਨ ਸਾਹਿਬ ਜਿਹੜੀ ਹੈ ਉਹ ਜਿਵੇਂ ਕਹਿਣ ਵਾਲਿਆਂ ਵਾਂਗੂ ਡਰਾਮੇਬਾਜ਼ੀ ਕਰਦੇ ਫਿਰਦੇ ਨੇ। ਅਤੇ ਜੀ ਰਾਸ਼ਟਰਪਤੀ ਨੂੰ ਮਿਲਾਂਗੇ, ਰਾਸ਼ਟਰਪਤੀ ਨੇ ਕੀ ਕਰਨਾ ਸੀਗਾ, ਉਲਟਾ ਜਾ ਕੇ ਕਹਿੰਦੇ ਰਾਜਘਾਟ ਦੇ ਮਹਾਤਮਾ ਗਾਂਧੀ ਦੇ ਸਟੈਚੂ ਨੂੰ ਮੱਥਾ ਟੇਕ ਕੇ ਜੰਤਰ ਮੰਤਰ 'ਤੇ ਬੈਠ ਗਏ। ਵੀ ਜੰਤਰ ਮੰਤਰ 'ਤੇ ਬੈਠ ਗਏ, ਤੁਸੀਂ ਅੱਜ ਪੰਜਾਬ 'ਚ ਕਹੀ ਜਾਂਦੇ ਕੋਲਾ ਨਹੀਂ ਹੈ ਜੀ, ਸਾਡੇ ਕੋਲੇ ਫਰਟੀਲਾਈਜ਼ਰ ਨਹੀਂ ਹੈ ਜੀ, ਸਾਨੂੰ ਉਹਦਾ ਜੀ ਬਾਰਦਾਨੇ ਦੀ ਪ੍ਰੋਬਲਮ ਆ ਰਹੀ ਹੈ, ਅਤੇ ਤੁਸੀਂ ਉਹ ਰੇਲਵੇ ਵਾਲਿਆਂ ਨੇ ਕਿਹਾ ਵੀ ਤੁਸੀਂ NOC ਦਿਓ, ਸਾਨੂੰ ਕਲੀਅਰੈਂਸ ਦਿਓ ਅਤੇ ਅਸੀਂ ਚਲਾਉਣੇ ਆ। ਆਪ ਤਾਂ ਮੁੱਖ ਮੰਤਰੀ ਸਾਹਿਬ ਕੋਲ ਸਮਾਂ ਨਹੀਂ, ਨਾ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਇਹਨੂੰ ਨਿਬੇੜਨਾ, ਅਤੇ ਮੈਂਬਰ ਪਾਰਲੀਮੈਂਟ ਭੇਜਦੇ ਰੇਲਵੇ ਮੰਤਰੀ ਕੋਲ ਕਿ ਜੀ ਤੁਸੀਂ ਜਿਹੜਾ ਹੈ ਰੇਲਵੇ ਨੈੱਟ ਵਰਕ ਸ਼ੁਰੂ ਕਰੋ। ਵੀ ਉਹਨਾਂ ਨੇ ਕਿਹਾ ਵੀ ਅਸੀਂ ਨੈਟਵਰਕ ਤਾਂ ਸ਼ੁਰੂ ਕਰਾਂਗੇ ਜੇ ਸਾਨੂੰ ਕਲੀਅਰੈਂਸ ਦਿਓਗੇ। ਹੁਣ ਉਸ ਤੋਂ ਬਾਅਦ ਕੱਲ੍ਹ ਗ੍ਰਹਿ ਮੰਤਰੀ ਨੂੰ ਮਿਲੇ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ, ਔਰ ਆਪਣੀ ਕੇਂਦਰ ਸਰਕਾਰ ਨਾਲ ਸਾਂਝ ਪਕਾਉਣ ਦੇ ਮਾਰੇ ਇਸ ਕਿਸਾਨ ਮੂਵਮੈਂਟ ਨੂੰ ਤਾਰ ਪੀੜੋ ਕਰਨ 'ਤੇ ਲੱਗੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ 'ਤੇ ਚੈਨ ਨਾਲ ਨਹੀਂ ਬੈਠੇਗਾ, ਆਖਰੀ ਦਮ ਤੱਕ ਅਸੀਂ ਲੜਾਈ ਲੜਾਂਗੇ। ਔਰ ਸਾਡਾ ਇਹ ਵੀ ਹੈ ਕਿ ਆਉਣ ਵਾਲੇ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਚਾਹਿਆ, ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਨੀ ਨਿਸ਼ਚਿਤ ਹੈ। ਸਰਕਾਰ ਬਣਨ ਸਾਰ ਪਹਿਲੀ ਮੀਟਿੰਗ ਦੇ ਵਿੱਚ ਹੀ ਸਾਡਾ ਹੋਏਗਾ ਕਿ ਅਸੀਂ ਪੰਜਾਬ ਨੂੰ APMC ਐਕਟ ਦੇ ਵਿੱਚ ਪੰਜਾਬ ਨੂੰ ਸਾਰੀ ਨੂੰ ਮੰਡੀ ਡਿਕਲੇਅਰ ਕਰਾਂਗੇ, ਔਰ ਕਿਸੇ ਕਾਰਪੋਰੇਟ ਘਰਾਣੇ ਨੂੰ, ਕਿਸੇ ਵਪਾਰੀ ਨੂੰ ਕਿਸਾਨਾਂ ਦੀ ਜਿਣਸ ਜਿਹੜੀ ਹੈ ਉਸ ਨੂੰ ਘੱਟ ਭਾਅ 'ਤੇ ਖਰੀਦਣ ਦਾ ਜਾਂ ਪੰਜਾਬ ਦੀ ਧਰਤੀ 'ਤੇ ਪੈਰ ਨਹੀਂ ਰੱਖਣ ਦੇਵਾਂਗੇ। ਗਰਗ ਸਾਹਿਬ, ਗੱਲ 2022 ਦੀ ਹੋ ਰਹੀ ਹੈ, ਤਾਂ 2022 ਦੇ ਵਿੱਚ ਪਹਿਲਾਂ ਅਗਰ ਆਪਾਂ ਗੱਲ ਕਰੀਏ ਤਾਂ BJP ਨੇ ਅਕਾਲੀ ਦਲ ਨੂੰ ਫੁੱਲ ਸਪੋਰਟ ਕੀਤੀ ਸੀ, ਤੁਸੀਂ ਇਕੱਠੇ ਸੀ। ਹੁਣ BJP ਦਾ ਐਲਾਨ ਆ ਕਿ ਅਸੀਂ ਪੰਜਾਬ ਦੇ ਵਿੱਚ ਆਪ ਚੋਣਾਂ ਲੜਾਂਗੇ, ਉਹਦੇ ਨਾਲ ਇੱਕ 4 ਪਾਰਟੀਆਂ ਦੇ ਵਿੱਚ ਮੁਕਾਬਲਾ ਹੋਏਗਾ। ਉਹਦੇ ਬਾਰੇ ਕੀ ਕਹੋਗੇ ਤੁਸੀਂ? ਅਕਾਲੀ ਦਲ ਕਿੱਥੇ ਜਾ ਕੇ ਸਥਾਪਿਤ ਹੋਊਗਾ? ਦੇਖੋ, BJP ਨਾਲ ਅਲਾਇੰਸ ਅਸੀਂ ਖਤਮ ਕੀਤਾ ਹੈ, ਔਰ ਇਹ ਆਉਣ ਵਾਲਾ ਸਮਾਂ ਦੱਸੇਗਾ, ਕਿਉਂਕਿ BJP ਨਾਲ ਅਲਾਇੰਸ ਦੇ ਕਈ ਪਲੱਸ ਔਰ ਮਾਈਨਸ ਨਫੇ ਨੁਕਸਾਨ ਸੀਗੇ। ਦੇਖੋ, ਪੰਜਾਬ ਦੇ ਵਿੱਚ ਜਿਹੜੀ ਦਲਿਤ ਵੋਟ ਹੈ, ਪੰਜਾਬ ਦੇ ਵਿੱਚ ਜਿਹੜੀ ਮੁਹੰਮਡਨ ਵੋਟ ਹੈ, ਉਹ BJP ਨਾਲ ਅਲਾਇੰਸ ਹੋਣ ਕਰਕੇ ਅਕਾਲੀ ਦਲ ਤੋਂ ਦੂਰ ਸੀਗੀ। ਲੇਕਿਨ ਅਸੀਂ ਇਨਸ਼ੋਰ ਹਾਂ ਕਿ ਇਹ ਨਾ ਚਾਹੇ ਮੁਹੰਮਡਨ ਨੇ, ਚਾਹੇ ਕੋਈ ਦਲਿਤ ਭਾਈਚਾਰਾ ਹੈਗਾ, ਸਮਾਜ ਹੈਗਾ, ਇਹਨਾਂ ਨੂੰ ਅਕਾਲੀ ਦਲ 'ਤੇ ਭਰੋਸਾ ਹੈ। ਉਹਨਾਂ ਦਾ ਸ਼ਿਕਵਾ ਸਾਡੇ ਨਾਲ ਸੀ ਕਿ ਤੁਹਾਡਾ ਅਲਾਇੰਸ ਜਿਹੜਾ ਹੈ BJP ਦੇ ਨਾਲ ਹੈ। ਇਸ ਕਰਕੇ BJP ਚਲੋ ਪੋਲੀਟੀਕਲ ਪਾਰਟੀ ਹੈ, ਉਹਨਾਂ ਨੂੰ ਅਧਿਕਾਰ ਹੈਗਾ ਉਹ ਸਾਰੀਆਂ ਪੰਜਾਬ ਦੀਆਂ ਵਿਧਾਨ ਸਭਾ ਲੜ ਲੈਣ, ਪਰ ਮੈਂ ਸਮਝਦਾ ਕਿ BJP ਨਾਲ ਅਲਾਇੰਸ ਟੁੱਟਣ ਤੋਂ ਬਾਅਦ ਅਕਾਲੀ ਦਲ ਹੋਰ ਮਜ਼ਬੂਤ ਹੋਏਗਾ, ਕਿਉਂਕਿ ਪੰਜਾਬ ਦੇ ਅੰਦਰ ਅਕਾਲੀ ਦਲ ਹੀ ਇੱਕੋ ਇੱਕ ਅਲਟਰਨੇਟਿਵ ਹੈ ਲੋਕਾਂ ਕੋਲੇ, ਜਿਹੜਾ ਕਿ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦਾ ਹੈ, ਪੰਜਾਬ ਦੇ ਲੋਕਾਂ ਦੀ ਰਹਿਨੁਮਾਈ ਕਰ ਸਕਦਾ ਹੈ, ਪੰਜਾਬ ਦੇ ਹਰ ਵਰਗ ਨੂੰ ਜਿਹੜਾ ਹੈ ਨਾਲ ਲੈ ਕੇ ਚੱਲ ਸਕਦਾ ਹੈ। ਜਦੋਂ ਵੀ ਅਕਾਲੀ ਦਲ ਦੀ ਸਰਕਾਰ ਬਣੀ ਹੈ, ਪੰਜਾਬ ਦੇ ਲੋਕਾਂ ਨੇ ਹਮੇਸ਼ਾ ਆਪਣੀ ਸਰਕਾਰ ਮੰਨੀ ਹੈ, ਕਿਉਂਕਿ ਜਿੰਨਾ ਅਕਾਲੀ ਦਲ ਦੀ ਸਰਕਾਰ 'ਤੇ ਲੋਕਾਂ ਨੂੰ ਭਰੋਸਾ ਹੈ ਅਤੇ ਈਜ਼ੀਲੀ ਅਪਰੋਚੇਬਲ ਹੈ। ਅਤੇ ਮੇਰਾ ਖਿਆਲ ਹੈ ਵੀ ਕਾਂਗਰਸ ਦੀਆਂ ਸਰਕਾਰਾਂ ਦਾ ਹਾਲ ਦੇਖ ਲਿਆ, ਇੱਥੇ ਤਾਂ ਇਹਨਾਂ ਦੇ MLA ਮੰਤਰੀਆਂ ਦਾ ਹਾਲ ਦੇਖ ਲਓ, 20-20 ਫੁੱਟ 'ਤੇ ਜਾ ਕੇ ਬੰਦੇ ਖੜ੍ਹਦੇ ਨੇ, ਅਤੇ ਕਿੰਨਾ ਹੰਕਾਰ ਹੈ, ਕਿੰਨਾ ਹੁੰਮ ਹੈ, ਕਿਵੇਂ ਲੋਕਾਂ ਨੂੰ ਜਲੀਲ ਕਰ ਰਹੇ ਨੇ, ਕਿਸ ਤਰ੍ਹਾਂ ਲੁੱਟ ਰਹੇ ਨੇ, ਕੀ ਹਾਲਤ ਨੇ ਅੱਜ ਇਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ, ਜਿਹੜੇ ਕਾਂਗਰਸ ਦੇ ਚੁਣੇ ਹੋਏ ਨੇ। ਅਗਰ ਆਪਾਂ ਆਪਣੇ ਸੰਗਰੂਰ ਵਿਧਾਨ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ ਵਕਤ ਇੱਥੇ ਸ਼੍ਰੀ ਵਿਜੇਂਦਰ ਸਿੰਗਲਾ ਜੀ MLA ਨੇ, PW ਦਾ ਮਹਿਕਮਾ ਵੀ ਉਹਨਾਂ ਦੇ ਕੋਲੇ ਆ, ਅਤੇ ਐਜੂਕੇਸ਼ਨ ਡਿਪਾਰਟਮੈਂਟ ਵੀ ਉਹਨਾਂ ਦੇ ਕੋਲੇ ਆ। ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੇਰੀ ਵਧੀਆ ਪਰਫਾਰਮੈਂਸ ਆ, ਲੋਕ ਮੇਰੇ ਤੋਂ ਖੁਸ਼ ਨੇ। ਉਹਨਾਂ ਬਾਰੇ ਕੀ ਕਹੋਗੇ ਤੁਸੀਂ? ਦੇਖੋ, ਕਿੰਨੇ ਕੁ ਖੁਸ਼ ਨੇ ਤਾਂ ਉਹਨਾਂ ਨੂੰ ਆਉਣ ਵਾਲਾ ਸਮਾਂ ਦੱਸੂਗਾ। ਐਜ ਏ ਐਜੂਕੇਸ਼ਨ ਮਿਨਿਸਟਰ ਮੈਂ ਸਮਝਦਾ ਕਿ ਜਿੰਨਾ ਫਲੋਪ ਹੋਏ ਨੇ, ਤੁਸੀਂ ਇੱਕ ਗੱਲ ਦੇਖੋ, ਆਪਣੇ ਇੱਥੇ ਹਲਕੇ ਦੇ ਅੰਦਰ ਆਦਰਸ਼ ਸਕੂਲ ਮੈਂ ਬਣਵਾਏ ਸੀਗੇ, ਇੱਕ ਬਾਲਦ ਖੁਰਦ ਬਣਵਾਇਆ, ਅਤੇ ਦੂਸਰਾ ਸਕੂਲ ਜਿਹੜਾ ਸੀਗਾ ਉਹ ਇੱਥੇ ਚੱਲ ਰਿਹਾ ਆਪਣੇ ਝਨੇੜੀ ਦੀ ਉਸ 'ਚ ਚੱਲ ਰਿਹਾ। ਅਤੇ ਉੱਥੇ ਪਿਛਲੇ ਸਮੇਂ ਨਾ ਜਿਹੜਾ ਇਹਨਾਂ ਦਾ ਐਜੂਕੇਸ਼ਨ ਸੈਕਟਰੀ ਹੈ, ਉਹਨੇ ਇੱਕ ਚਿੱਠੀ ਲਿਖਤੀ ਸੀ ਕਿ CBSE ਦੀ ਬਜਾਏ ਇਹਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਿਲੇਬਸ ਕਰ ਦਿਓ। ਉਹ ਤਾਂ ਪੇਰੈਂਟਸ ਹਾਈ ਕੋਰਟ 'ਚ ਗਏ, ਹਾਈ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਆਹ ਤਾਂ ਹਾਲ ਐਜੂਕੇਸ਼ਨ ਡਿਪਾਰਟਮੈਂਟ ਦੇ ਨੇ, ਕੀ ਉਹ ਕੰਧਾਂ ਦੇ ਉੱਤੇ ਲੀਪਾ ਪੋਚੀ ਕਰਕੇ ਤਾਂ ਕੋਈ ਉਹ ਨਹੀਂ ਹੁੰਦਾ ਹਾਲ। ਤਾਂ ਇਸ ਕਰਕੇ ਤੁਸੀਂ ਜੇ ਦੇਖਣੀ ਹੈ ਤਾਂ ਜਾ ਕੇ ਸੰਗਰੂਰ ਦੀਆਂ ਸੜਕਾਂ 'ਤੇ ਦੇਖੋ ਕਿਸ ਤਰੀਕੇ ਦੇ ਨਾਲ ਬੇਰੁਜ਼ਗਾਰ ਅਧਿਆਪਕ ਜਾਂ ਦੂਸਰੇ ਈਵਨ ਲਾ ਲਓ, ਹੁਣ ਲਾ ਤਾਂ ਕੇਂਦਰੀ ਸਕੇਲ 'ਤੇ ਉਹਨਾਂ ਨੂੰ ਤਨਖਾਹ ਦੇਵਾਂਗੇ। ਇਸ ਕਰਕੇ 100% ਜਿਹੜਾ ਸਿੱਖਿਆ ਵਿਭਾਗ ਹੈ ਉਹਦੀ ਜਿਹੜੀ ਕਾਰਗੁਜ਼ਾਰੀ ਹੈ ਬਹੁਤ ਨਿਰਾਸ਼ਾਜਨਕ ਹੈ। ਪਿਛਲੇ COVID-19 ਦੇ ਸਮੇਂ 'ਚ ਜਿੰਨਾ ਪ੍ਰਾਈਵੇਟ ਸਕੂਲਾਂ ਦਾ ਅਤੇ ਪੇਰੈਂਟਸ ਦਾ ਆਪਸ ਦੇ ਵਿੱਚ ਟਕਰਾਅ ਕਰਾਇਆ ਹੈ, ਅਤੇ ਉਹ ਮੈਂ ਸਮਝਦਾ ਕਿ ਮੰਤਰੀ ਜੀ ਨੂੰ ਆਪ ਹੀ ਪਤਾ ਹੋਊਗਾ ਕਿ ਉਹਨਾਂ ਦੀ ਬਦੌਲਤ ਹੀ ਉਹ ਟਕਰਾਅ ਹੋਇਆ, ਕਿਵੇਂ ਬੱਚਿਆਂ ਦੇ ਰਿਲੇਸ਼ਨ ਪੇਰੈਂਟਸ ਦੇ ਆਪਸ 'ਚ ਖਰਾਬ ਹੋਏ ਨੇ। ਹੁਣ ਤੱਕ ਜਿਹੜਾ ਹੈ
ਆਪਸ ਦੇ ਵਿੱਚ ਉਹਨਾਂ ਦਾ ਕਿੰਨਾ ਮਿਲਵਰਤਨ ਹੁੰਦਾ ਹੈ ਕਿ ਪੇਰੈਂਟਸ ਦਾ ਅਤੇ ਜਿਹੜੀ ਮੈਨੇਜਮੈਂਟ ਹੈ ਪ੍ਰਾਈਵੇਟ ਸਕੂਲਾਂ ਦੀ। ਇਸ ਕਰਕੇ ਮਤਲਬ ਪੰਜਾਬ ਸਰਕਾਰ ਸਰ ਕਹਿ ਰਹੀ ਆ ਕਿ ਅਸੀਂ ਸਿੱਖਿਆ ਪੱਧਰ ਨੂੰ ਉੱਪਰ ਲੈ ਕੇ ਜਾ ਰਹੇ ਹਾਂ। ਜਿਹੜੇ ਸਕੂਲ ਪੁਰਾਣੇ ਕਈ ਸਮੇਂ ਤੋਂ ਐਵੇਂ ਚੱਲਦੇ ਆ ਰਹੇ ਸੀ, ਅਸੀਂ ਉਹਨਾਂ ਨੂੰ ਸਮਾਰਟ ਸਕੂਲ ਬਣਾ ਰਹੇ ਹਾਂ। ਪਿਛਲੇ ਸਮੇਂ 'ਚ ਵੀ CM ਸਾਹਿਬ ਨੇ ਕਾਫੀ ਸਮਾਰਟ ਸਕੂਲਾਂ ਦਾ ਆਨਲਾਈਨ ਉਦਘਾਟਨ ਕੀਤਾ, ਹੁਣ ਵੀ ਲਗਾਤਾਰ ਕਰ ਰਹੇ ਨੇ। ਉਹਨਾਂ ਬਾਰੇ ਕੀ ਕਹੋਗੇ? ਜੇ ਤਾਂ ਸਕੂਲਾਂ 'ਤੇ ਰੰਗ ਰੋਗਨ ਕਰਾਉਣ ਨਾਲ ਜਾਂ ਸਮਾਰਟ ਸ਼ਬਦ ਲਿਖਣ ਦੇ ਨਾਲ ਐਜੂਕੇਸ਼ਨ ਦਾ ਮਿਆਰ ਉੱਚਾ ਹੁੰਦਾ ਹੈ, ਫਿਰ ਤਾਂ ਮੈਂ ਕੈਪਟਨ ਸਾਹਿਬ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਵਾਕਈ ਤੁਹਾਡੀ ਸੋਚ ਬਹੁਤ ਚੰਗੀ ਹੈ। ਅਤੇ ਜੇ ਸਕੂਲਾਂ ਦੇ ਵਿੱਚ ਹਾਲਤ ਐਡੀ ਮਾੜੀ ਹੈ ਕਿ ਸਕੂਲਾਂ 'ਚ ਅਧਿਆਪਕ ਹੈ ਨਹੀਂ, ਬੱਚਿਆਂ ਨੂੰ ਕਿਤਾਬਾਂ ਹੈ ਨਹੀਂ ਅਤੇ ਕੋਈ ਪ੍ਰਬੰਧ ਨਹੀਂ ਹੈ, ਅਤੇ ਤੁਸੀਂ ਕਹੀ ਜਾਂਦੇ ਅਸੀਂ ਸਕੂਲ ਦੇ ਵਿੱਚ ਐਜੂਕੇਸ਼ਨ ਦਾ ਮਿਆਰ ਉੱਚਾ ਕਰਦੇ ਹਾਂ। ਮੈਂ ਤਾਂ ਤੁਹਾਨੂੰ ਐਗਜ਼ਾਮਪਲ ਦੇ ਕੇ ਹਟਿਆ ਕਿ CBSE ਨਾਲ ਐਫੀਲੀਏਟਡ ਜਿਹੜੇ ਆਦਰਸ਼ ਸਕੂਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਬਣੇ ਤੇ ਉੱਥੇ ਤਾਂ ਇਹ ਸਿੱਖਿਆ ਬੋਰਡ ਦਾ ਦੁਬਾਰਾ ਸਿਲੇਬਸ ਲਾਗੂ ਹੋਗਾ। ਹੁਣ ਤੱਕ ਈਵਨ ਅੱਜ ਤੱਕ ਮੈਂ ਅੱਜ ਇੰਟਰਵਿਊ ਲੈ ਰਹੇ ਹੋ, ਅੱਜ ਤੱਕ 9ਵੀਂ ਔਰ 10ਵੀਂ ਦੇ ਬੱਚਿਆਂ ਨੂੰ ਬੁੱਕਸ ਨਹੀਂ ਮਿਲੀਆਂ। ਮੇਰੀ ਕੱਲ੍ਹ ਇਹ ਪ੍ਰਿੰਸੀਪਲ ਨਾਲ ਗੱਲ ਹੋਈ ਹੈ ਕਿ ਹੱਦ ਹੀ ਲਾਤੀ, ਤੁਸੀਂ ਬੱਚਿਆਂ ਦੇ ਫਿਊਚਰ ਨਾਲ ਕਿਉਂ ਮਜ਼ਾਕ ਕਰ ਰਹੇ ਹੋ? ਕਿੱਥੋਂ ਬੱਚੇ ਪੇਪਰ ਦੇਣਗੇ ਜਦੋਂ ਕਿ 2 ਮਹੀਨੇ ਪੇਪਰਾਂ 'ਚ ਰਹਿੰਦੇ ਨੇ। ਇਸ ਕਰਕੇ ਸਿੱਖਿਆ ਦਾ ਮਿਆਰ ਬਹੁਤ ਬੁਰੀ ਤਰ੍ਹਾਂ ਪੰਜਾਬ 'ਚ ਤਾਂ ਚਰਮਰਾ ਗਿਆ ਅਤੇ ਬਹੁਤ ਹਾਲਤ ਖਰਾਬ ਹੈ। ਦੂਜਾ ਇਹਨਾਂ ਕੋਲ PWD ਦਾ ਮਹਿਕਮਾ ਹੈਗਾ। PWD ਦੇ ਮਹਿਕਮੇ ਦੇ ਵਿੱਚ CRF ਦੇ ਪੈਸੇ ਆਉਂਦੇ ਨੇ, ਕੇਂਦਰੀ ਰੋਡ ਫੰਡ ਆਉਂਦੇ ਹੈਗੇ ਨੇ। ਚਲੋ ਐਜ ਏ ਕੰਸਰਨ ਮਿਨਿਸਟਰ ਥੋੜ੍ਹਾ ਬਹੁਤ ਸੜਕਾਂ ਨੂੰ ਅਪਗ੍ਰੇਡ ਕੀਤਾ ਹੈਗਾ, ਪਰ ਇੱਕ ਗੱਲ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸੰਗਰੂਰ ਔਰ ਭਵਾਨੀਗੜ੍ਹ ਦੇ ਵਿੱਚ ਜਿਹੜੇ ਹੁਣ ਡਿਵੈਲਪਮੈਂਟ ਹੋ ਰਹੀ ਹੈ ਉਹ ਵੀ ਮੇਰੇ ਫੰਡਾਂ ਨਾਲ ਹੋ ਰਹੀ ਹੈ। ਅਸੀਂ ਸੰਗਰੂਰ ਦੇ ਵਿੱਚ ਜਿਹੜਾ 98 ਕਰੋੜ 65 ਲੱਖ ਦਾ ਪ੍ਰੋਜੈਕਟ ਲਿਆਂਦਾ ਸੀ, 12% ਬੱਬ ਤੇ 110 ਕਰੋੜ ਦਾ ਸੀਗਾ, ਉਹ ਤਾਂ ਹੁਣ ਤੱਕ ਸਿੰਗਲਾ ਸਾਹਿਬ ਤੋਂ ਪੂਰਾ ਨਹੀਂ ਹੋਇਆ। ਉਹਦਾ ਤਾਂ ਹੁਣ ਤੱਕ STP ਲਈ ਜਗ੍ਹਾ ਨਹੀਂ ਪਰਚੇਜ਼ ਕਰ ਸਕੇ, ਪੂਰੀ ਲਾਈਨ ਨਹੀਂ ਪਾ ਸਕੇ। 1000 ਸਟਰੀਟ ਲਾਈਟ ਲੱਗਣੀ ਤੋਂ ਜੋ 325 ਲਵਾਈਆਂ ਨਹੀਂ। MPS ਅਜੇ ਅਧੂਰਾ ਪਿਆ ਹੈਗਾ। ਇਸ ਕਰਕੇ ਉਹ ਕੰਮ ਜਿਹੜਾ ਸੀਗਾ, ਉਹ ਪ੍ਰੋਜੈਕਟਾਂ ਦਾ ਹੀ ਪੈਸਾ ਜਿਹੜਾ ਸੀ ਉਹ ਹੁਣ ਤੱਕ ਜਿਹੜਾ ਹੈ ਇਹ 4 ਸਾਲ ਦੇ ਵਿੱਚ ਖਰਚ ਨਹੀਂ ਸਕੇ। ਮੈਂ ਕਾਰਗੁਜ਼ਾਰੀ ਨੂੰ ਕੀ ਕਹਾਂ? ਔਰ ਇਸ ਕਰਕੇ ਹਰੇਕ ਨੂੰ ਲੱਗਦਾ ਕਿ ਮੇਰੀ ਕਾਰਗੁਜ਼ਾਰੀ ਜ਼ਿਆਦਾ ਅੱਛੀ ਹੈ, ਪਰ ਮੈਂ ਅੱਜ ਵੀ ਕਹਿ ਰਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ 'ਚ ਹਲਕਾ ਸੰਗਰੂਰ ਦੇ ਵਿੱਚ ਡਿਵੈਲਪਮੈਂਟ ਹੋਈ ਹੈ ਉਹ ਆਪਣੇ ਆਪ 'ਚ ਇੱਕ ਰਿਕਾਰਡ ਹੈ। ਭਵਾਨੀਗੜ੍ਹ ਦੇ ਵਿੱਚ ਸਬ ਡਿਵੀਜ਼ਨ ਬਣੀ ਹੈ, ਸੰਗਰੂਰ ਬੱਸ ਸਟੈਂਡ ਬਣਿਆ ਹੈ, ਭਵਾਨੀਗੜ੍ਹ ਬੱਸ ਸਟੈਂਡ ਬਣਿਆ ਹੈ, ਸੰਗਰੂਰ ਸਟੇਡੀਅਮ ਬਣਿਆ ਹੈ, ਭਵਾਨੀਗੜ੍ਹ ਸਟੇਡੀਅਮ ਬਣਿਆ ਹੈ, ਅਤੇ 2 ਆਦਰਸ਼ ਸਕੂਲ ਬਣੇ ਨੇ, ਮੈਰੀਟੂਡੇ ਸਕੂਲ ਬਣਿਆ, ITI ਬਣੀ ਹੈ, ਡੇਅਰੀ ਟ੍ਰੇਨਿੰਗ ਸੈਂਟਰ ਬਣਿਆ, ਅਤੇ ਅਨਾਜ ਮੰਡੀ ਭਵਾਨੀਗੜ੍ਹ ਦੀ ਨਵੀਂ ਬਣੀ ਹੈ, ਸਬਜ਼ੀ ਮੰਡੀ ਨਵੀਂ ਬਣੀ ਹੈ। ਭਵਾਨੀਗੜ੍ਹ ਦੀ ਇੱਕ ਨਗਰ ਕੌਂਸਲ ਅਪਗ੍ਰੇਡ ਹੋਈ ਹੈ, ਨਗਰ ਕੌਂਸਲ ਦੀ ਐਕਸਪੈਂਸ਼ਨ ਹੋਈ ਹੈ, ਅਤੇ ਹੋਰ ਅਨੇਕਾਂ ਹੀ ਕੰਮ ਨੇ। ਕਿੰਨੀਆਂ ਹਿਸਟੋਰੀਕਲ ਜਿਹੜੀਆਂ ਸਾਡੀਆਂ ਯਾਦਗਾਰਾਂ ਤੀਆਂ ਉਹਨੂੰ ਕਿਵੇਂ ਅਸੀਂ ਅਪਗ੍ਰੇਡ ਕੀਤਾ ਹੈਗਾ, ਇਹ ਸਮਾਂ ਦੱਸੇਗਾ। ਪਰ ਮੈਂ ਅੱਜ ਵੀ ਕਹਿ ਰਿਹਾ ਕਿ ਲੋਕ ਜਿਹੜੇ ਨੇ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਬਹੁਤ ਦੁਖੀ ਨੇ, ਬਹੁਤ ਤੰਗ ਨੇ, ਅਤੇ ਆਉਣ ਵਾਲਾ ਸਮਾਂ ਜਿਹੜਾ ਹੈ ਲੋਕ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਨੇ। ਨਾ ਇਹ ਕਿਸਾਨਾਂ ਪ੍ਰਤੀ ਸੰਜੀਦਾ ਨੇ, ਨਾ ਇਹ ਬੇਰੁਜ਼ਗਾਰ ਬੱਚਿਆਂ ਲਈ ਸੰਜੀਦਾ ਨੇ, ਨਾ ਇਹ ਕਿਸੇ ਵਪਾਰੀ ਲਈ ਸੰਜੀਦਾ ਨੇ, ਨਾ ਇੰਡਸਟਰੀ ਲਈ ਸੰਜੀਦਾ ਨੇ। ਇਹਨਾਂ ਦੀ ਸੰਜੀਦਗੀ ਉਹ ਹੈ ਨਹੀਂ। ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਵਾਈਸ ਪ੍ਰੈਜ਼ੀਡੈਂਟ ਬਾਬੂ ਪ੍ਰਕਾਸ਼ ਚੰਦ ਗਰਗ, ਜਿਨ੍ਹਾਂ ਨਾਲ ਸਾਨੇ ਵਿਸ਼ੇਸ਼ ਗੱਲਬਾਤ ਕੀਤੀ। ਅਤੇ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੀ ਪੰਜਾਬ ਸਰਕਾਰ ਆ ਆਪਣੇ ਹਰ ਕੰਮ ਨੂੰ ਲੈ ਕੇ, ਹਰ ਮੁੱਦੇ ਨੂੰ ਲੈ ਕੇ ਉਹ ਫੇਲ ਰਹੀ ਆ, ਨਾਕਾਮ ਰਹੀ ਆ। ਅਤੇ ਅੱਜ ਇੱਕ ਇਹਨਾਂ ਨੇ ਵੱਡਾ ਐਲਾਨ ਕੀਤਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਆਪਣੇ ਬਲਬੂਤੇ ਦੇ ਉੱਪਰ ਚੋਣਾਂ ਲੜੇਗਾ ਅਤੇ ਪੰਜਾਬ ਦੇ ਵਿੱਚ ਆਪਣੀ ਜਿੱਤ ਕਾਇਮ ਕਰਕੇ ਆਪਣੀ ਸਰਕਾਰ ਬਣਾਏਗਾ। ਕੈਮਰਾ ਪਰਸਨ ਮਨਪ੍ਰੀਤ ਸਿੰਘ ਦੇ ਨਾਲ ਭਵਾਨੀਗੜ੍ਹ ਤੋਂ ਲਵਲੀ ਕੌਸ਼ਲ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।